ਹੈਲੋ ਡੀਅਰ ਸਟੂਡੈਂਟਸ। ਸੋ ਅੱਜ ਦਾ ਸਾਡਾ ਟੌਪਿਕ ਹੈਗਾ ਚੈਪਟਰ ਸੈਕਿੰਡ ਦਾ। ਇਹ ਚੈਪਟਰ ਸੈਕਿੰਡ ਦੇ ਪਾਰਟ 1 ਆ ਇਹ ਵੀਡੀਓ ਦਾ, ਅਤੇ ਯੂਨਿਟ ਦਾ ਨਾਮ ਹੈਗਾ ਯੂਨਿਟ ਐਂਡ ਮੈਜਰਮੈਂਟਸ। ਠੀਕ ਹੈ ਜੀ। ਤੋ ਸਭ ਤੋਂ ਪਹਿਲਾਂ ਇਹਦੇ ਵਿੱਚ ਕਰਦੇ ਹਾਂ ਅਸੀਂ ਫਿਜ਼ੀਕਲ ਕੁਆਂਟੀਟੀਜ਼। ਸਭ ਤੋਂ ਜਿਹੜਾ ਫਸਟ ਟੌਪਿਕ ਸਾਡਾ ਆਉਂਦਾ ਹੈ ਉਹ ਹੈਗਾ ਫਿਜ਼ੀਕਲ ਕੁਆਂਟੀਟੀਜ਼ ਦਾ, ਕਿ ਫਿਜ਼ੀਕਲ ਕੁਆਂਟੀਟੀਜ਼ ਕਿਹੜੀਆਂ ਕਿਹੜੀਆਂ ਹੁੰਦੀਆਂ ਆ। ਸੋ ਇਹਦੇ ਵਿੱਚ ਕੀ ਕਹਿੰਦੀ ਆ ਵੀ ਵਿਚ ਕੈਨ ਬੀ ਮੈਜਰ ਡਾਇਰੈਕਟਲੀ ਔਰ ਇਨਡਾਇਰੈਕਟਲੀ ਆਰ ਕਾਲਡ ਫਿਜ਼ੀਕਲ ਕੁਆਂਟੀਟੀਜ਼। ਹੁਣ ਫਿਜ਼ੀਕਲ ਤੋਂ ਸਾਨੂੰ ਵਰਡ ਤੋਂ ਹੀ ਪਤਾ ਲੱਗਦਾ ਆ ਕਿ ਜਿਹੜੀ ਚੀਜ਼ ਨੂੰ ਅਸੀਂ ਟੱਚ ਕਰ ਸਕਦੇ ਹਾਂ, ਅਤੇ ਉਹ ਕੁਆਂਟੀਟੀਜ਼ ਜਿਨ੍ਹਾਂ ਨੂੰ ਅਸੀਂ ਟੱਚ ਕਰ ਸਕਦੇ ਹਾਂ ਅਤੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਹਨਾਂ ਨੂੰ ਮਾਪ ਸਕਦੇ ਹਾਂ, ਉਹਨੂੰ ਕਹਿੰਦੇ ਆ ਫਿਜ਼ੀਕਲ ਕੁਆਂਟੀਟੀ। ਤਾਂ ਇਹਦੇ ਵਿੱਚ ਐਗਜ਼ਾਮਪਲ ਕਿਹੜੀ ਆਉਂਦੀ ਆ? ਮਾਸ ਆਫ ਏ ਬੋਡੀ, ਲੈਂਥ ਆਫ ਏ ਬੋਡੀ, ਟਾਈਮ, ਵੈਲੋਸਿਟੀ, ਐਕਸਲਰੇਸ਼ਨ ਅਤੇ ਮੋਮੈਂਟਮ। ਮੋਮੈਂਟਮ ਬਾਰੇ ਆਪਾਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਵੀ ਕਾਫੀ ਕਿਹਾ ਆ। ਮੋਮੈਂਟਮ ਹੁੰਦੀ ਹੈ P = ਮਾਸ ਇਨਟੂ ਵੈਲੋਸਿਟੀ, ਇਹਦੇ ਬਰਾਬਰ। ਹੁਣ ਜਦੋਂ ਮੈਂ ਇੱਥੇ ਫਿਜ਼ਿਕਸ ਦੇ ਵਿੱਚ ਮਾਸ ਦੀ ਗੱਲ ਕਰਦਾ ਤਾਂ ਮਾਸ ਆਪਣਾ ਉਹ ਨਹੀਂ ਹੁੰਦਾ ਜਿਹੜਾ ਚਮੜੀ ਵਾਲਾ ਮਾਸ ਹੈ। ਇਹ ਮਾਸ ਹੁੰਦਾ ਵੀ ਕੋਈ ਵੀ ਵਸਤੂ ਜਿਹੜੀ ਆ, ਕੋਈ ਵੀ ਆਬਜੈਕਟ ਆ, ਉਹ ਕਿੰਨੀ ਜਗ੍ਹਾ ਘੇਰਦੀ ਹੈ। ਠੀਕ ਹੈ ਜੀ। ਅਤੇ ਹੁਣ ਮਾਸ ਅਤੇ ਵੇਟ, ਇਹਨੂੰ ਆਪਸ ਦੇ ਵਿੱਚ ਕਨਫਿਊਜ਼ ਨਹੀਂ ਤੁਸੀਂ ਕਰਨਾ। ਮਾਸ ਹੋਰ ਚੀਜ਼ ਆ, ਵੇਟ ਹੋਰ ਚੀਜ਼ ਆ, ਅਤੇ ਵੇਟ ਦਾ ਫਾਰਮੂਲਾ ਹੁੰਦਾ W = ਮਾਸ ਇਨਟੂ ਗ੍ਰੈਵਿਟੀ। ਆ ਜਿਹੜੀ ਅਰਥ ਦੀ ਗ੍ਰੈਵਿਟੀ 9.8 ਮੀਟਰ ਪਰ ਸੈਕਿੰਡ ਹੁੰਦੀ, ਉਹ ਵਾਲੀ ਗ੍ਰੈਵਿਟੀ। ਠੀਕ ਆ। ਇਹ ਦੋ ਚੀਜ਼ਾਂ ਅਲੱਗ-ਅਲੱਗ ਹੁੰਦੀਆਂ। ਮਾਸ ਜਿਹੜਾ ਹੁੰਦਾ ਕਿਸੇ ਬੋਡੀ ਦਾ ਉੱਦਾਂ ਹੀ ਹੁੰਦਾ, ਅਤੇ ਇਹ ਚੀਜ਼ ਇਹ ਸਾਡੇ ਕੋਲ ਫਿਜ਼ੀਕਲ ਕੁਆਂਟੀਟੀਜ਼ ਦੇ ਵਿੱਚ ਆਉਂਦੀ ਆ। ਸੋ ਦੂਜੇ ਨੰਬਰ 'ਤੇ ਸਾਡਾ ਆਉਂਦਾ ਯੂਨਿਟ ਐਂਡ ਮੈਜਰਮੈਂਟਸ। ਠੀਕ ਹੈ, ਯੂਨਿਟ ਆਫ ਮੈਜਰਮੈਂਟ, ਸੌਰੀ। ਅਤੇ ਹੁਣ ਜਿਹੜੀ ਆਪਾਂ ਉੱਪਰ ਫਿਜ਼ੀਕਲ ਕੁਆਂਟੀਟੀ ਬਾਰੇ ਪੜ੍ਹਿਆ ਆ, ਉਹਨੂੰ ਅਸੀਂ ਹੁਣ ਮਾਪਣਾ ਵੀ ਤਾਂ ਹੈ ਕਿਸੇ ਚੀਜ਼ ਦੇ ਨਾਲ। ਹੁਣ ਦੇਖੋ, ਤਾਂ ਯੂਨਿਟ ਇਜ਼ ਸਟੈਂਡਰਡ ਕੁਆਂਟੀਟੀ ਵਿਦ ਵਿਚ ਏ ਫਿਜ਼ੀਕਲ ਕੁਆਂਟੀਟੀ ਆਫ ਸੇਮ ਕਾਈਂਡ ਇਜ਼ ਕੰਪੇਅਰਡ ਫॉर ਮੈਜਰਮੈਂਟ। ਮਤਲਬ ਦੋ ਸੇਮ ਚੀਜ਼ਾਂ ਜਿਹੜੀਆਂ ਆ, ਉਹਨਾਂ ਨੂੰ ਅਸੀਂ ਮਾਪਣ ਦੇ ਲਈ ਸੇਮ ਯੂਨਿਟ ਲੈਣਾ ਆ। ਹੁਣ ਫੋਰ ਐਗਜ਼ਾਮਪਲ ਅਸੀਂ ਵੇਟ ਦੀ ਗੱਲ ਕਰ ਲੈਂਦੇ ਹਾਂ। ਠੀਕ ਹੈ। ਵੇਟ ਦੇ ਵਿੱਚ ਹੁਣ ਫੋਰ ਐਗਜ਼ਾਮਪਲ ਕੀ ਕਹਿੰਦੇ ਆ ਵੀ ਚਾਹੇ ਇੱਕ ਇੱਟ ਹੋ ਗਈ, ਠੀਕ ਆ, ਇੱਟਾਂ ਹੋ ਗਈ, ਸਮਝ ਲਓ 2-3 ਇੱਟਾਂ ਹੋ ਗਈਆਂ, ਅਤੇ ਚਾਹੇ ਆਪਣੇ ਕੋਲ ਹੋ ਗਿਆ ਕੋਈ ਹੋਰ ਆਬਜੈਕਟ ਹੋ ਗਿਆ, ਕੋਈ ਭਾਰਾ, ਕੋਈ ਬਾਲ ਲੈ ਲਓ, ਕੋਈ ਹੈਵੀ ਬਾਲ ਲੈ ਲਓ, ਕੋਈ ਲੋਹਾ ਲੈ ਲਓ। ਠੀਕ ਹੈ। ਲੋਹਾ ਇਸ ਤਰੀਕੇ ਦਾ ਕੋਈ ਵੀ ਆਬਜੈਕਟ ਲੈ ਲਓ। ਦੋਨਾਂ ਨੂੰ ਜਦੋਂ ਅਸੀਂ ਮਾਪਣਾ ਆ, ਹੁਣ ਕਿਹੜੀ ਇਕਾਈ ਅਸੀਂ ਯੂਜ਼ ਕਰਨੀ ਹੈ? ਅਸੀਂ ਯੂਜ਼ ਕਰਨੀ ਹੈਗੀ ਹੈ ਕਿਲੋਗ੍ਰਾਮ ਜਾਂ ਵੇਟ। ਠੀਕ ਹੈ। ਸੋ ਹੁਣ ਚਾਹੇ ਇੱਟਾਂ ਨੂੰ ਵੀ ਆਪਾਂ ਕਿਲੋਗ੍ਰਾਮ ਦੇ ਵਿੱਚ ਮਾਪਾਂਗੇ, ਅਤੇ ਜਿਹੜਾ ਚਾਹੇ ਲੋਹਾ ਆ, ਚਾਹੇ ਸੋਨਾ ਹੈ, ਤਾਂਬਾ, ਜੋ ਵੀ ਆ, ਉਹਨੂੰ ਵੀ ਆਪਾਂ ਕਿਲੋਗ੍ਰਾਮ ਦੇ ਵਿੱਚ ਹੀ ਮਾਪਾਂਗੇ। ਠੀਕ ਹੈ। ਸੋ ਇਹ ਯੂਨਿਟ ਹੋ ਗਿਆ ਸਾਡਾ ਵੇਟ ਦਾ। ਹੁਣ ਦੇਖੋ ਲੈਂਥ ਦੀ ਗੱਲ ਕਰ ਲੈਂਦੇ ਹਾਂ। ਸੇਮ ਕਾਈਂਡ ਦੇ ਵਿੱਚ ਕੀ ਆ ਜਾਂਦਾ ਆਪਣੇ ਲੈਂਥ ਹੋ ਗਈ, ਚਾਹੇ ਆਪਣੇ ਕੋਲ ਸਮਝ ਲਓ ਪੇਪਰ ਦੀ ਲੈਂਥ ਹੋ ਗਈ ਆ, ਇਹਨੂੰ ਵੀ ਆਪਾਂ ਕਿਹਦੇ ਵਿੱਚ ਮਾਪਾਂਗੇ? ਸੈਂਟੀਮੀਟਰਾਂ ਦੇ ਵਿੱਚ ਜਾਂ ਮੀਟਰਾਂ ਦੇ ਵਿੱਚ। ਅਤੇ ਚਾਹੇ ਕੋਈ ਕੱਪੜਾ ਹੋ ਗਿਆ, ਉਹਨੂੰ ਵੀ ਸੈਂਟੀਮੀਟਰ ਜਾਂ ਮੀਟਰ ਦੇ ਵਿੱਚ ਮਾਪਾਂਗੇ। ਠੀਕ ਹੈ। ਇਸ ਤਰੀਕੇ ਦੇ ਨਾਲ ਜਦੋਂ ਅਸੀਂ ਸੇਮ ਕਾਈਂਡ ਦੀਆਂ ਚੀਜ਼ਾਂ ਨੂੰ ਮੈਜਰਮੈਂਟ ਕਰਨਾ ਆ, ਤਾਂ ਉਹ ਇੱਕੋ ਯੂਨਿਟ ਲੈਣਾ ਆ। ਚਾਹੇ ਜੇ ਉਹ ਲੰਬਾਈ ਦੇ ਲਈ ਅਸੀਂ ਹਮੇਸ਼ਾ ਸੈਂਟੀਮੀਟਰ ਜਾਂ ਮੀਟਰ ਲੈਣਾ ਆ, ਅਤੇ ਜਿਹੜੇ ਵੇਟ ਮੈਜਰ ਕਰਨਾ ਤਾਂ ਉਹਦੇ ਲਈ ਕਿਲੋਗ੍ਰਾਮ ਜਾਂ ਗ੍ਰਾਮ, ਇਸ ਤਰੀਕੇ ਦੇ ਯੂਨਿਟ ਆਪਾਂ ਯੂਜ਼ ਕਰਨਾ। ਇਹਨੂੰ ਕਹਿੰਦੇ ਅਸੀਂ ਯੂਨਿਟ। ਹੁਣ ਇਹਦਾ ਫਾਰਮੂਲਾ ਸਿੱਧਾ ਕੀ ਹੁੰਦਾ ਜੀ? X = N × U। N ਸਾਡੇ ਕੋਲ ਹੈਗੀ ਆ ਵੀ ਨੰਬਰ ਕਿੰਨਾ ਹੈ। ਜਿਵੇਂ ਕਿ ਫੋਰ ਐਗਜ਼ਾਮਪਲ 1 ਕਿਲੋ, 2 ਕਿਲੋ, 3 ਕਿਲੋ, ਚਾਹੇ 4 ਕਿਲੋ ਜਾਂ ਕਿੰਨਾ ਵੀ। ਠੀਕ ਹੈ। ਅਤੇ ਐਕਸ ਕੀ ਹੈਗੀ ਸਾਡੇ ਕੋਲ? ਜਿਹੜੀ ਲੈਂਥ ਆ। ਐਕਸ ਦਾ ਮਤਲਬ ਹੈਗਾ ਲੈਂਥ ਜਾਂ ਮਾਸ, ਜਾਂ ਆਪਣੇ ਲੈਂਥ ਹੋ ਗਿਆ, ਮਾਸ ਹੋ ਗਿਆ, ਜਾਂ ਟਾਈਮ ਹੋ ਗਿਆ, ਇਸ ਤਰੀਕੇ ਦੇ ਨਾਲ। ਹੁਣ ਟਾਈਮ ਦੇ ਯੂਨਿਟ ਕੀ ਹੁੰਦੇ ਆ? ਟਾਈਮ ਦੇ ਯੂਨਿਟ ਹੁੰਦੇ ਸੈਕਿੰਡ। ਠੀਕ ਹੈ। ਸੈਕਿੰਡ ਆਪਾਂ ਹਮੇਸ਼ਾ ਸੈਕਿੰਡ ਹੀ ਯੂਜ਼ ਕਰਨਾ ਹੈ। ਜੇ ਕਿਸੇ ਜਗ੍ਹਾ ਦੇ ਉੱਤੇ ਮਿੰਟ ਦਿੱਤਾ ਜਾਂ ਘੰਟੇ ਦਿੱਤੇ, ਤਾਂ ਉਹਨਾਂ ਨੂੰ ਵੀ ਅਸੀਂ ਸੈਕਿੰਡ ਦੇ ਵਿੱਚ ਹੀ ਚੇਂਜ ਕਰ ਲੈਣਾ ਦੁਬਾਰਾ। ਠੀਕ ਹੈ। ਇਸ ਤਰੀਕੇ ਨਾਲ। ਅਤੇ ਨੰਬਰ ਕੀ ਆ? ਹੁਣ 2 ਸਕਿੰਟ ਹੋ ਗਿਆ, 3 ਸਕਿੰਟ, 4 ਸਕਿੰਟ, 10 ਸਕਿੰਟ, 20 ਸਕਿੰਟ, ਜਿੰਨੇ ਵੀ ਹੋ ਸਕਦੇ। ਠੀਕ ਹੈ। ਇਹ ਟਾਈਮ ਦੇ ਯੂਨਿਟ ਹੋ ਗਿਆ। ਇਸ ਤਰੀਕੇ ਦੇ ਨਾਲ ਹਮੇਸ਼ਾ ਸਾਡੀ ਯੂਨਿਟ ਦੀ ਜਿਹੜੀ ਆ ਵੈਲਿਊ ਇਸ ਤਰੀਕੇ ਦੇ ਨਾਲ ਹੀ ਚੱਲਦੀ ਹੈ। ਐਕਸ ਹੈਗੀ ਸਾਡੇ ਕੋਲ ਕੁਆਂਟੀਟੀ, ਫਿਜ਼ੀਕਲ ਕੁਆਂਟੀਟੀ, = N × U। U ਹੈਗਾ ਯੂਨਿਟ, ਕੋਈ ਵੀ ਕਿਲੋਗ੍ਰਾਮ ਹੋ ਗਿਆ, ਚਾਹੇ ਸੈਂਟੀਮੀਟਰ ਹੋ ਗਿਆ, ਚਾਹੇ ਹੋ ਗਿਆ ਆਪਣੇ ਕੋਲ ਸੈਕਿੰਡ। N ਨੰਬਰ 1 2 3 4 5 ਜੋ ਵੀ ਹੋ ਸਕਦਾ ਹੈ। ਠੀਕ ਹੈ। ਅਪ ਟੂ 100 ਜਾਂ ਅਪ ਟੂ ਇਨਫੀਨਾਈਟ, ਜਿੰਨਾ ਵੀ ਨੰਬਰ ਹੈ ਸਾਡੇ ਕੋਲ। ਸੋ ਨੈਕਸਟ ਸਾਡੇ ਕੋਲ ਆਉਣੀ ਹੁਣ ਫਿਜ਼ੀਕਲ ਕੁਆਂਟੀਟੀਜ਼ ਬਾਰੇ ਪੜ੍ਹਿਆ ਅਸੀਂ। ਅਗਲੀ ਦੇ ਵਿੱਚ ਪੜ੍ਹਨਾ ਕਿ ਫਿਜ਼ੀਕਲ ਕੁਆਂਟੀਟੀ ਕਿੰਨੀ ਤਰ੍ਹਾਂ ਦੀ ਹੁੰਦੀਆਂ। ਇਹ ਸਾਡੇ ਕੋਲ ਹੁੰਦੀਆਂ ਜੀ 2 ਤਰ੍ਹਾਂ ਦੀਆਂ। ਠੀਕ ਹੈ। ਸੋ ਇਹਦੇ ਵਿੱਚ ਕਿਹੜੀ ਆਉਂਦੀ ਆ? ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀ ਅਤੇ ਡਰਾਈਵਡ ਫਿਜ਼ੀਕਲ ਕੁਆਂਟੀਟੀ। ਹੁਣ ਫਸਟ ਆਫ ਆਲ ਅਸੀਂ ਕਹਿੰਦੇ ਹਾਂ ਵੀ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀ ਕਿਹੜੀ ਹੁੰਦੀ ਹੈ। ਸੋ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀ ਦੇ ਵਿੱਚ ਇਹਦੇ ਵਿੱਚ ਅਸੀਂ ਜਨਰਲੀ ਕਿਹੜੀਆਂ ਯੂਜ਼ ਕਰਦੇ ਹਾਂ ਕੁਆਂਟੀਟੀਜ਼? ਜਿਹੜੀਆਂ ਇੱਕ ਦੂਜੇ ਤੋਂ ਬਿਲਕੁਲ ਹੀ ਇੰਡੀਪੈਂਡੈਂਟ ਆ। ਜਿਵੇਂ ਕਿ ਹੋ ਗਿਆ ਸਾਡੇ ਕੋਲ ਮਾਸ
ਲੈਂਥ ਐਂਡ ਟਾਈਮ। ਇਹ ਕੀ ਹੈ ਜੀ, ਸਾਡੇ ਕੋਲ ਬਿਲਕੁਲ ਇੱਕ ਦੂਜੇ ਦੇ ਨਾਲੋਂ ਇੰਡੀਪੈਂਡੈਂਟ ਆ, ਠੀਕ ਹੈ, ਤੇ ਨੇਚਰ ਦੇ ਵਿੱਚ ਐਜ਼ ਇਟ ਇਜ਼ ਹੀ ਐਗਜ਼ਿਸਟ ਵੀ ਕਰਦੀਆਂ ਆ। ਸੋ ਹੁਣ ਜਿਹੜਾ ਇਹ, ਪਰ ਇਸ ਤੋਂ ਇਲਾਵਾ ਹੁਣ ਫਿਰ ਬਾਅਦ ਵਿੱਚ ਸਾਇੰਟਿਸਟ ਨੇ ਜਦੋਂ ਹੋਰ ਬ੍ਰਾਂਚਸ ਨੂੰ ਸਾਇੰਸ ਦੀਆਂ ਨੂੰ ਡੀਲ ਕੀਤਾ, ਤਾਂ ਹੋਰ ਜਿਹੜੀਆਂ ਕਿਹੜੀਆਂ ਸਾਡੇ ਕੋਲ ਫਿਜ਼ੀਕਲ ਕੁਆਂਟੀਟੀਜ਼ ਆਉਣੀਆਂ, ਜਿਵੇਂ ਕਿ ਟੈਂਪਰੇਚਰ ਹੋ ਗਿਆ, ਟੈਂਪਰੇਚਰ ਹੋ ਗਿਆ, ਤੇ ਹੋਰ ਆਪਣੇ ਕੋਲ ਆ ਜਾਂਦੀ ਆ ਲੂਮੀਨਸ ਇੰਟੈਂਸਿਟੀ, ਲੂਮੀਨਸ ਇੰਟੈਂਸਿਟੀ, ਤੇ ਆਪਣੇ ਕੋਲ ਇਲੈਕਟ੍ਰਿਕ ਕਰੰਟ, ਠੀਕ ਹੈ ਜੀ, ਤੇ ਕੁਆਂਟੀਟੀ ਆਫ ਮੈਟਰ। ਇਹ ਸਾਡੇ ਕੋਲ ਸਾਰੀਆਂ ਦੀਆਂ ਸਾਰੀਆਂ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਆ ਜਾਂਦੀਆਂ। ਇਹ ਸਾਰੀਆਂ ਚੀਜ਼ਾਂ ਜੀ ਜਿਹੜੀਆਂ ਆ ਇੱਕ ਦੂਜੇ ਤੋਂ ਬਿਲਕੁਲ ਹੀ ਇੰਡੀਪੈਂਡੈਂਟ ਆ, ਇਹਨਾਂ ਦਾ ਇੱਕ ਦੂਜੇ ਨਾਲ ਕੋਈ ਲਿੰਕ ਨਹੀਂ ਹੈਗਾ। ਬਟ ਜਨਰਲੀ ਹੁਣ ਜਦੋਂ ਅਸੀਂ ਇਹਦੇ ਵਿੱਚ ਜਿਹੜੀਆਂ ਡਰਾਈਵ ਕਰਨੇ ਯੂਨਿਟ, ਤਾਂ ਸਾਰੇ ਮਾਸ, ਲੈਂਥ ਤੇ ਟਾਈਮ ਦੀ ਫਾਰਮੇਸ਼ਨ ਤੋਂ ਹੀ ਡਰਾਈਵ ਕਰਨੇ ਆ। ਹੁਣ ਟੈਂਪਰੇਚਰ ਕਿਹਦਾ ਯੂਨਿਟ ਹੁੰਦਾ? ਟੈਂਪਰੇਚਰ ਹੁੰਦਾ ਹੀਟ ਦਾ, ਤਾਪਮਾਨ ਦਾ ਯੂਨਿਟ ਹੁੰਦਾ, ਠੀਕ ਹੈ। ਤਾਂ ਟੈਂਪਰੇਚਰ ਫਿਜ਼ੀਕਲ ਕੁਆਂਟੀਟੀ ਹੁੰਦੀ ਹੈ। ਤੇ ਲੂਮੀਨਸ ਇੰਟੈਂਸਿਟੀ, ਹੁਣ ਜੋ ਮੇਨ ਗੱਲ ਹੈ ਲੂਮੀਨਸ ਇੰਟੈਂਸਿਟੀ, ਬਹੁਤ ਸਾਰੇ ਸਟੂਡੈਂਟਸ ਨੂੰ ਨਹੀਂ ਪਤਾ ਲੱਗਦਾ। ਹੁਣ ਦੇਖੋ ਲਾਈਟ ਦੀ ਗੱਲ ਹੈ, ਲਾਈਟ ਹੁੰਦਾ ਜਿਹੜਾ ਉਹ ਲੂਮੀਨਸ ਇੰਟੈਂਸਿਟੀ ਦੇ ਵਿੱਚ ਆਪਾਂ ਮੈਜਰ ਕਰਦੇ ਹਾਂ, ਠੀਕ ਹੈ। ਤਾਂ ਲੂਮੀਨਸ ਇੰਟੈਂਸਿਟੀ ਹੁਣ ਦੇਖੋ ਫੋਰ ਐਗਜ਼ਾਮਪਲ ਸਾਡੇ ਜਿਹੜੇ ਘਰਾਂ ਦੇ ਵਿੱਚ LED ਬਲਬ ਲੱਗੇ ਹੋਆ, ਉਹਨਾਂ ਦੀ ਲਾਈਟ ਬਿਲਕੁਲ ਡਿਫਰੈਂਟ ਆ। ਸੂਰਜ ਦੀ ਲਾਈਟ ਡਿਫਰੈਂਟ ਆ, ਚੰਦਰਮਾ ਦੀ ਲਾਈਟ ਡਿਫਰੈਂਟ ਆ। ਤਾਂ ਪਹਿਲਾਂ ਜਿਹੜੇ ਲੱਗੇ ਹੁੰਦੇ ਸੀ 60 ਵਾਟ ਦੇ ਬਲਬ, ਜਿਹੜੇ ਗੋਲ ਜਿਹੇ ਹੁੰਦੇ ਸੀਗੇ, ਤਾਂ ਉਹਨਾਂ ਦੀ ਲਾਈਟ ਬਿਲਕੁਲ ਹੀ ਡਿਫਰੈਂਟ ਹੁੰਦੀ ਸੀਗੀ। ਸੋ ਇਸ ਤਰੀਕੇ ਨਾਲ ਅਸੀਂ ਆਪ ਹੀ ਦੇਖ ਸਕਦੇ ਹਾਂ ਵੀ ਲਾਈਟ ਕਿੱਦਾਂ ਡਿਫਰੈਂਸ਼ੀਏਟ ਕਰਦੀ ਆ ਅਲੱਗ-ਅਲੱਗ ਸੋਰਸਸ ਤੋਂ। ਸੋ ਇਹਦਾ ਮਤਲਬ ਕਿ ਉਹਨਾਂ ਦੀ ਲੂਮੀਨਸ ਇੰਟੈਂਸਿਟੀ ਵੀ ਸਾਰੇ ਸੋਰਸਸ ਦੀ ਅਲੱਗ-ਅਲੱਗ ਹੁੰਦੀ ਹੈ, ਠੀਕ ਹੈ। ਤੇ ਇਹ ਹੁੰਦਾ ਲਾਈਟ ਦਾ ਕਿੰਨਾ ਸੰਘਣਾਪਨ ਆ, ਇਹਨੂੰ ਕਹਿੰਦੇ ਜੀ ਲੂਮੀਨਸ ਇੰਟੈਂਸਿਟੀ। ਇਲੈਕਟ੍ਰਿਕ ਕਰੰਟ, ਇਹ ਅਸੀਂ ਅੱਗੇ ਕਰੰਟ ਵਾਲੇ ਚੈਪਟਰਸ ਵਿੱਚ ਪੜ੍ਹਾਂਗੇ। ਤੇ ਕੁਆਂਟੀਟੀ ਆਫ ਮੈਟਰ, ਤੇ ਇਹਦੇ ਵਿੱਚ ਕੀ ਹੁੰਦੀ ਵੀ ਕਿਸੇ ਮੈਟਰ ਦੀ ਕਿੰਨੀ ਕੁਆਂਟੀਟੀ ਆ, ਜਾਣੀ ਕਿ ਉਹਦੇ ਵਿੱਚ ਨੰਬਰ ਆਫ ਇਲੈਕਟ੍ਰੋਨਸ ਵਗੈਰਾ ਕਿੰਨਾ ਮਟੀਰੀਅਲ ਆ। ਸੋ ਹੁਣ ਇਹ ਸੀਗਾ ਜੀ ਸਾਡੇ ਕੋਲ ਮਾਸ, ਲੈਂਥ ਤੇ ਟਾਈਮ, ਠੀਕ ਹੈ। ਸੋ ਨੈਕਸਟ ਹੈਗੀ ਸਾਡੇ ਕੋਲ ਡਰਾਈਵਡ ਫਿਜ਼ੀਕਲ ਕੁਆਂਟੀਟੀ। ਹੁਣ ਦੇਖੋ ਜਿਹੜੀ ਵੀ ਕੁਆਂਟੀਟੀ ਅਸੀਂ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀ ਨੂੰ ਮਲਟੀਪਲਾਈ ਜਾਂ ਡਿਵਾਈਡ ਕਰਕੇ ਡਰਾਈਵ ਕਰਨੀ ਆ, ਉਹਨੂੰ ਕਹਿੰਦੇ ਆ ਡਰਾਈਵਡ ਫਿਜ਼ੀਕਲ ਕੁਆਂਟੀਟੀ। ਹੁਣ ਇਹਦੇ ਨਾਂ ਤੋਂ ਹੀ ਸਾਨੂੰ ਪਤਾ ਲੱਗਦਾ ਡਰਾਈਵਡ ਫਿਜ਼ੀਕਲ ਕੁਆਂਟੀਟੀ। ਫੰਡਾਮੈਂਟਲ ਦੇ ਵਿੱਚੋਂ, ਜਿਵੇਂ ਕਿ ਮਾਸ, ਲੈਂਥ ਤੇ ਟਾਈਮ ਦੇ ਵਿੱਚੋਂ ਹੀ ਇਹ ਡਰਾਈਵਡ ਫਿਜ਼ੀਕਲ ਕੁਆਂਟੀਟੀ ਨੂੰ ਅਸੀਂ ਕੱਢਦੇ ਹਾਂ, ਡਰਾਈਵ ਕਰਦੇ ਹਾਂ। ਸੋ ਇਹਦੇ ਵਿੱਚ ਹੁਣ ਕੀ ਆ, ਐਨੀ ਫਿਜ਼ੀਕਲ ਕੁਆਂਟੀਟੀ ਵਿਚ ਕੈਨ ਬੀ ਡਰਾਈਵਡ ਫਰੋਮ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀ ਬਾਈ ਮਲਟੀਪਲਾਈਂਗ ਔਰ ਡਿਵਾਈਡਿੰਗ ਦੈਮ ਇਜ਼ ਕਾਲਡ ਡਰਾਈਵਡ ਫਿਜ਼ੀਕਲ ਕੁਆਂਟੀਟੀ। ਤੇ ਡਰਾਈਵਡ ਫਿਜ਼ੀਕਲ ਕੁਆਂਟੀਟੀਜ਼ ਦੇ ਯੂਨਿਟ ਨੂੰ ਹੀ ਕੀ ਕਹਿੰਦੇ ਆ, ਡਰਾਈਵਡ ਯੂਨਿਟ ਕਹਿੰਦੇ ਆ। ਸੋ ਹੁਣ ਮੈਂ ਤੁਹਾਨੂੰ ਕੁਛ ਡਰਾਈਵਡ ਫਿਜ਼ੀਕਲ ਕੁਆਂਟੀਟੀਜ਼ ਜਿਹੜੀਆਂ ਆ ਉਹ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਤੋਂ ਡਰਾਈਵ ਕਰਕੇ ਦਿਖਾਉਣਾ। ਸੋ ਦੇਖੋ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਆ, ਏਰੀਆ। ਸਭ ਤੋਂ ਸੌਖੀ ਚੀਜ਼ ਸਾਡੇ ਕੋਲ ਕੀ ਆਉਂਦੀ ਹੈ, ਏਰੀਆ। ਸੋ ਏਰੀਆ ਦਾ ਫਾਰਮੂਲਾ ਕੀ ਹੁੰਦਾ ਹੈ, ਲੈਂਥ ਇਨਟੂ ਬ੍ਰੈਡਥ, ਠੀਕ ਹੈ ਜੀ। ਸੋ ਇਹ ਹੁਣ ਅਸੀਂ ਡਰਾਈਵ ਕਰ ਲਿਆ। ਲੈਂਥ ਤਾਂ ਸਾਡੇ ਕੋਲ ਸੀਗੀ, ਜਿਹੜੀ ਬ੍ਰੈਡਥ ਹੁੰਦੀ ਹੈ ਚੌੜਾਈ ਕਿਸੇ ਚੀਜ਼ ਦੀ, ਉਹਨੂੰ ਵੀ ਤਾਂ ਅਸੀਂ ਮੀਟਰ ਦੇ ਨਾਲ ਹੀ ਮਾਪਦੇ ਹਾਂ, ਠੀਕ ਹੈ। ਜਾਣੀ ਕਿ ਇਹ ਵੀ ਲੈਂਥ ਹੀ ਹੋਊਗੀ ਇੱਕ ਕਿਸਮ ਦੀ। ਤਾਂ ਏਰੀਆ ਦਾ ਫਾਰਮੂਲਾ ਕੀ ਹੋ ਗਿਆ ਆਪਣੇ ਕੋਲ, L ਦਾ ਸਕੇਅਰ, ਠੀਕ ਹੈ। ਜਾਣੀ ਕਿ ਹੁਣ ਕੀ ਹੋ ਗਿਆ ਸਾਡੇ ਕੋਲ, L ਦਾ ਸਕੇਅਰ ਹੋ ਗਿਆ, ਜਾਣੀ ਕਿ MLT ਇਹਦੀ ਫਾਰਮੇਸ਼ਨ ਵਿੱਚ ਹੀ ਆ ਗਿਆ ਇਹ, ਠੀਕ ਹੈ। ਤੇ ਨੈਕਸਟ ਸਾਡੇ ਕੋਲ ਕੀ, ਇਹ ਹੋਗਾ ਸਾਡੇ ਕੋਲ ਲੈਂਥ ਦਾ ਸਕੇਅਰ, ਠੀਕ ਹੈ। ਤੇ ਇਹਦੇ ਯੂਨਿਟ ਕੀ ਹੁੰਦੇ ਆ ਆਪਣੇ ਕੋਲ, ਮੀਟਰ ਦਾ ਸਕੇਅਰ, ਆਹ ਚੀਜ਼ ਹੋਊਗਾ। ਤਾਂ ਨੈਕਸਟ ਸਾਡੇ ਕੋਲ ਕੀ ਹੋ ਗਿਆ, ਵੋਲਿਊਮ। ਹੁਣ ਵੋਲਿਊਮ ਅਸੀਂ ਕਿੱਦਾਂ ਡਰਾਈਵ ਕਰਨਾ, ਇਹਦੇ ਵਿੱਚ 2 ਵਾਰੀ ਲੈਂਥ ਆ ਗਈ ਸੀ, ਠੀਕ ਹੈ। MLT ਇਹਦੇ ਵਿੱਚੋਂ ਹੀ ਆਪਾਂ ਹਮੇਸ਼ਾ ਚੀਜ਼ਾਂ ਲੈਣੀਆਂ, ਮਾਸ, ਲੈਂਥ ਤੇ ਟਾਈਮ ਦੇ ਵਿੱਚੋਂ। ਤਾਂ ਇਹਦੇ ਵਿੱਚ 2 ਵਾਰੀ ਲੈਂਥ ਆ ਗਈ ਸੀ। ਹੁਣ ਵੋਲਿਊਮ ਕੀ ਹੁੰਦਾ, ਏਰੀਆ ਇਨਟੂ ਲੈਂਥ ਲੈ ਲਓ, ਜਾਂ ਕਈ ਕਹਿ ਲਓ ਲੈਂਥ ਇਨਟੂ ਬ੍ਰੈਡਥ ਇਨਟੂ ਹਾਈਟ, ਆਹ ਚੀਜ਼ ਹੋ ਗਈ ਆਪਣੇ ਕੋਲ, ਠੀਕ ਹੈ। ਇਹਦੇ ਵਿੱਚ ਹੁਣ 3 ਹਾਈਟ ਵੀ ਤਾਂ ਅਸੀਂ ਲੈਂਥ ਨਾਲ ਹੀ ਮੇਜਰ ਕਰਦੇ ਹਾਂ, ਮੀਟਰ ਦੇ ਨਾਲ ਹੀ ਆਪਾਂ ਮਾਪਦੇ ਹਾਂ ਹਾਈਟ ਵੀ, ਚਾਹੇ ਬ੍ਰੈਡਥ ਹੋਵੇ ਚਾਹੇ ਹਾਈਟ ਹੋਵੇ, ਲੰਬਾਈ ਚੜਾਈ ਚਾਹੀ ਅਸੀਂ ਇੱਕੋ ਤਰੀਕੇ ਨਾਲ ਮੀਟਰ ਦੇ ਨਾਲ ਹੀ ਅਸੀਂ ਮਾਪਦੇ ਹਾਂ, ਠੀਕ ਹੈ। ਤਾਂ ਇਹਦਾ ਮਤਲਬ ਕੀ ਹੋ ਗਿਆ, ਸਾਰੀਆਂ ਲੈਂਥਾਂ ਹੀ ਹੋ ਗਈਆਂ ਇਹ ਵਾਲੀਆਂ। ਇਹ L ਦਾ ਕਿਊਬ ਆ ਗਿਆ, ਠੀਕ ਹੈ, ਲੈਂਥ ਦਾ ਕਿਊਬ। ਤੇ ਨੈਕਸਟ ਕੀ ਆ ਗਿਆ ਸਾਡੇ ਕੋਲ, ਡੈਂਸਿਟੀ। ਡੈਂਸਿਟੀ ਕੀ ਹੁੰਦੀ ਆ ਵੀ ਕੋਈ ਚੀਜ਼ ਕਿੰਨੀ ਸੰਘਣੀ ਆ, ਇਹਦਾ ਫਾਰਮੂਲਾ ਕੀ ਹੁੰਦਾ, ਮਾਸ ਡਿਵਾਈਡ ਬਾਈ ਵੋਲਿਊਮ।
ਹੁਣ ਦੇਖੋ ਵੋਲਿਊਮ ਅਸੀਂ ਪਹਿਲਾਂ ਹੀ ਡਰਾਈਵ ਕਰ ਲਿਆ ਤੇ ਮਾਸ ਕੀ ਹੁੰਦਾ ਸਾਡੇ ਕੋਲ m ਮਾਸ ਹੋ ਗਿਆ ਤੇ ਵੋਲਿਊਮ ਕੀ ਹੋ ਗਿਆ ਆਪਣੇ ਕੋਲ ਲੈਂਥ ਦਾ ਕਿਊਬ ਹੋ ਗਿਆ। ਠੀਕ ਹੈ, ਤੇ ਇਹ ਹੋ ਗਈ ਸਾਡੇ ਕੋਲ ਜਿਹੜੀ ਆ ਡਰਾਈਵਡ ਫਿਜ਼ੀਕਲ ਕੁਆਂਟੀਟੀ, ਇਹ ਹੋ ਗਈ ਆਪਣੇ ਕੋਲ। ਤੇ ਨੈਕਸਟ ਸਾਡੇ ਕੋਲ ਹੈਗੀ ਆ ਫੋਰਸ। ਲਾ ਲਓ ਹੁਣ ਫੋਰਸ ਹੁੰਦੀ ਹੈ ਜੀ ਮਾਸ ਇਨਟੂ ਐਕਸਲਰੇਸ਼ਨ। ਹੁਣ ਸਭ ਤੋਂ ਪਹਿਲਾਂ ਆਪਾਂ ਐਕਸਲਰੇਸ਼ਨ ਡਰਾਈਵ ਕਰਨੀ ਪੈਣੀ ਸਾਨੂੰ। ਆ ਫੋਰਸ ਦਾ ਥੋੜਾ ਜਿਹਾ ਬਾਅਦ ਚ ਕਰਦੇ ਆ, ਪਹਿਲਾਂ ਆਪਾਂ ਕਰਦੇ ਆ ਵੈਲੋਸਿਟੀ ਦਾ। ਵੈਲੋਸਿਟੀ ਜਾਂ ਸਪੀਡ ਇਹ ਇੱਕੋ ਹੀ ਚੀਜ਼ਾਂ ਹੁੰਦੀਆਂ। ਤੇ ਵੈਲੋਸਿਟੀ ਜਾਂ ਸਪੀਡ ਇਹ ਕੀ ਹੋ ਗਿਆ ਆਪਣੇ ਕੋਲ ਡਿਸਟੈਂਸ ਅਪੋਨ ਟਾਈਮ। ਇਹਦਾ ਫਾਰਮੂਲਾ ਜੀ ਸਪੀਡ ਜਾਂ ਵੈਲੋਸਿਟੀ ਦਾ, ਇੱਥੇ ਡਿਸਪਲੇਸਮੈਂਟ ਆ ਜਾਂਦਾ ਹੁੰਦਾ ਫਿਰ। ਤੇ ਇਹ ਡਿਸਟੈਂਸ ਅਸੀਂ ਕਾਹਦੇ ਵਿੱਚ ਲੈਂਦੇ ਆ ਲੈਂਥ ਦੇ ਵਿੱਚ, ਤੇ ਟਾਈਮ ਕੀ ਹੁੰਦਾ ਆਪਣਾ ਜਿਹੜਾ ਟੀ ਇਦਾਂ ਇਸ ਤਰੀਕੇ ਦੇ ਨਾਲ। ਤੇ ਵੈਲੋਸਿਟੀ ਦਾ ਫਾਰਮੂਲਾ ਆਪਣੇ ਕੋਲ ਆ ਗਿਆ ਕਿ ਐਲ ਜਦੋਂ ਟੀ ਹੁਣ ਥੱਲੇ ਡਿਵਾਈਡ ਦੇ ਵਿੱਚ ਜਦੋਂ ਉੱਪਰ ਜਾਣੀ ਤਾਂ ਇਨਵਰਸ ਦੇ ਵਿੱਚ ਹੋ ਜਾਣੀ ਇਸ ਤਰੀਕੇ ਦੇ ਨਾਲ। ਠੀਕ ਹੈ, ਹੁਣ ਆਪਣੇ ਕੋਲ ਵੈਲੋਸਿਟੀ ਦਾ ਕੀ ਫਾਰਮੂਲਾ ਹੋ ਗਿਆ ਐਲ ਟੀ ਮਾਈਨਸ 1। ਠੀਕ ਹੈ, ਤੇ ਐਕਸਲਰੇਸ਼ਨ ਕੀ ਹੁੰਦੀ ਹੈ ਆਪਣੇ ਕੋਲ ਵੈਲੋਸਿਟੀ ਡਿਵਾਈਡ ਬਾਈ ਟਾਈਮ। ਵੈਲੋਸਿਟੀ ਦਾ ਕੀ ਫਾਰਮੂਲਾ ਸੀ ਆਪਾਂ ਪਹਿਲਾਂ ਕੱਢਿਆ ਹੀ ਆ ਵੈਲੋਸਿਟੀ ਵਾਲਾ ਫਾਰਮੂਲਾ ਐਲ ਟੀ ਮਾਈਨਸ 1, ਤੇ ਇੱਥੇ ਹੱਲੇ ਵੀ ਟੀ ਹੈਗੀ ਆ ਵੈਲੋਸਿਟੀ ਦਾ ਫਾਰਮੂਲਾ ਜੀ। ਤੇ ਹੁਣ ਟੀ ਇੱਕ ਹੋਰ ਉੱਪਰ ਚਲ ਗਈ ਐਲ ਟੀ ਮਾਈਨਸ 2 ਹੋ ਗਿਆ, ਕਿਉਂਕਿ ਆ ਵੀ ਟੀ ਉੱਪਰ ਜਾ ਕੇ -1 ਬਣ ਜਾਣੀ ਹੈ -1 ਤੇ -1 -2 ਹੋ ਗਿਆ। ਠੀਕ ਹੈ, ਤੇ ਹੁਣ ਐਕਸਲਰੇਸ਼ਨ ਆਪਣੇ ਕੋਲ ਹੈਗੀ ਆ, ਇਹ ਇਸ ਜਗ੍ਹਾ ਦੇ ਉੱਤੇ ਪੁੱਟ ਕਰ ਦਿਓ। ਫੋਰਸ ਦਾ ਸਾਡੇ ਕੋਲ ਕੀ ਬਣ ਗਿਆ ਫਾਰਮੂਲਾ, ਫੋਰਸ ਜਿਹੜੀ ਆ ਇਹ ਹੁੰਦੀ ਆ ਆਪਣੇ ਕੋਲ ਮਾਸ ਦਾ m ਲੈ ਗਿਆ, ਤੇ ਐਕਸਲਰੇਸ਼ਨ ਕੀ ਹੁੰਦੀ ਸੀ, ਐਕਸਲਰੇਸ਼ਨ ਅਸੀਂ ਇੱਥੋਂ ਡਰਾਈਵ ਕੀਤੀ ਆ, ਇਹ ਹੋ ਗਿਆ ਐਲ ਟੀ ਮਾਈਨਸ 2 ਹੋ ਗਿਆ। ਠੀਕ ਹੈ, ਤੇ ਇਹਦਾ ਫਾਰਮੂਲਾ ਹੁਣ ਕੀ ਬਣ ਗਿਆ ਆਪਣੇ ਕੋਲ m l t ਮਾਈਨਸ 2। ਇਹ ਸਾਡੇ ਕੋਲ ਆ ਗਈ ਜੀ ਜਿਹੜੀਆਂ ਹੈਗੀਆਂ ਡਰਾਈਵਡ ਫਿਜ਼ੀਕਲ ਕੁਆਂਟੀਟੀਜ਼ ਆ। ਹੁਣ ਇਹ ਦੇਖੋ ਵੀ ਇੱਕ ਦੂਜੇ ਦੇ ਵਿੱਚੋਂ ਹੀ ਇਹ ਨਿਕਲੀ ਆਉਣੀਆਂ ਅੱਗੇ ਤੋਂ ਅੱਗੇ। ਠੀਕ ਹੈ, ਇਦਾਂ ਦੀਆਂ ਬਹੁਤ ਸਾਰੀਆਂ ਤੁਹਾਡੀ ਬੁੱਕ ਦੇ ਵਿੱਚ ਵੀ ਦਿੱਤੀਆਂ ਹੋਈਆਂ। ਤੇ ਇਹਦੇ 'ਚ ਹੁਣ ਅੱਗੇ ਚਲੋ ਦੇਖ ਲੈਂਦੇ ਹਾਂ, ਇੱਕ ਹੋਰ ਵਰਕ ਦੇਖ ਲੈਂਦੇ ਹਾਂ। ਵਰਕ ਕੀ ਹੁੰਦਾ, ਫੋਰਸ ਇਨਟੂ ਡਿਸਟੈਂਸ। ਜਦੋਂ ਕੋਈ ਚੀਜ਼ ਕਿਸੇ ਨੂੰ ਧੱਕਾ ਲਾਉਂਦੀ ਪੁਸ਼ ਕਰਦੀ ਹੈ ਤੇ ਉਹਦੇ ਵਿੱਚ ਕੀ ਹੁੰਦਾ ਆ, ਹੁਣ ਕੋਈ ਪੈਨਸਲ ਹੈ ਮੰਨ ਲਓ, ਇਹ ਕੋਈ ਆਬਜੈਕਟ ਹੈ, ਇਹਨੂੰ ਅਸੀਂ ਪੁਸ਼ ਕਰਦੇ ਹਾਂ। ਠੀਕ ਹੈ, ਇਹ ਅੱਗੇ ਵੱਲ ਮੂਵ ਕਰਦੀ ਹੈ, ਤਾਂ ਇਹ ਕੀ ਹੋਗਾ ਜਿੰਨੀ ਮੈਂ ਫੋਰਸ ਲਾ ਰਿਹਾ ਤੇ ਜਿੰਨਾ ਇਹ ਡਿਸਟੈਂਸ ਅੱਗੇ ਨੂੰ ਮੂਵ ਕਰਦੀ ਹੈ, ਇੱਥੋਂ ਲੈ ਕੇ ਇੱਥੇ ਤੱਕ ਆ ਗਈ ਡਿਸਟੈਂਸ ਮੂਵ ਹੋਇਆ ਇਹਦਾ। ਤੇ ਇਹ ਕੀ ਹੋ ਗਿਆ ਆਪਣੇ ਕੋਲ ਫੋਰਸ ਇਨਟੂ ਡਿਸਟੈਂਸ। ਫੋਰਸ ਦੇ ਯੂਨਿਟ ਕੀ ਹੈ ਐਮ ਐਲ ਟੀ ਮਾਈਨਸ 2, ਯਾਨੀ ਕਿ ਮਾਸ ਲੈਂਥ ਤੇ ਟੀ ਮਾਈਨਸ 2 ਹੋ ਗਿਆ, ਤੇ ਇਨਟੂ ਡਿਸਟੈਂਸ ਕੀ ਹੋ ਗਿਆ ਆਪਣੇ ਕੋਲ ਐਲ, ਤੇ ਇਹ ਕੀ ਹੋ ਗਿਆ ਆਪਣੇ ਕੋਲ ਐਮ ਐਲ, ਇੱਥੇ 1 ਪਾਵਰ ਇੱਥੇ ਹੀ 1 ਆ, ਤਾਂ ਇਹ 2 ਹੀ ਹੋ ਜਾਣੀ ਆਪਣੇ ਕੋਲ ਪਲੱਸ, ਤੇ ਟੀ ਮਾਈਨਸ 2 m 1 l 2 t ਮਾਈਨਸ 2 ਆ ਹੋ ਗਿਆ ਆਪਣੇ ਕੋਲ। ਇਹ ਸਾਰੀਆਂ ਦੀਆਂ ਸਾਰੀਆਂ ਹੁਣ ਇਹ ਦੇਖ ਲਓ ਵੀ ਮੈਂ ਤੁਹਾਨੂੰ ਡਾਇਮੈਂਸ਼ਨ ਫਾਰਮੂਲੇ ਵੀ ਵਿੱਚੇ ਥੋੜ੍ਹੇ ਡਰਾਈਵ ਕਰਦੇ, ਬਟ ਉਹ ਵੱਖਰਾ ਟੌਪਿਕ ਹੈ, ਮੈਂ ਤੁਹਾਨੂੰ ਵੱਖਰਾ ਸਮਝਾਊਂਗਾ। ਇਹ ਹੈਗਾ ਸਾਡੇ ਕੋਲ ਵਰਕ ਦੀ ਫਾਰਮੇਸ਼ਨ। ਇਹ ਦੇਖ ਲਓ ਵੀ ਸਾਰੀਆਂ ਇੱਕ ਦੂਜੇ ਦੇ ਨਾਲ ਰਿਲੇਟਡ ਹੀ ਚੀਜ਼ਾਂ ਹੈ, ਇੱਕ ਦੂਜੇ ਦੇ ਵਿੱਚੋਂ ਨਿਕਲੀ ਆਉਣੀਆਂ, ਤੇ ਨਿਕਲਦੀਆਂ ਕਾਹਦੇ ਵਿੱਚੋਂ ਸਾਰੀਆਂ ਮਾਸ ਲੈਂਥ ਤੇ ਟਾਈਮ ਦੇ ਵਿੱਚੋਂ। ਠੀਕ ਹੈ, ਸਾਡਾ ਹੁਣ ਨੈਕਸਟ ਟੌਪਿਕ ਹੈਗਾ ਜੀ ਫੰਡਾਮੈਂਟਲ ਤੇ ਡਰਾਈਵਡ ਯੂਨਿਟਸ। ਤਾਂ ਇਹ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਥੈਂਕ ਯੂ।